गुरु खेत जाय गुर मास्तरा, पिख दिज बर उर में है रिस पाए। तुझ बेद की रीत कुकर्म कियो, क्यों सूरज ग्रहण में मास रंधाए। गुरु बैन पनै नर खून अचै, बो भेख करें जीवन को काएं। नित पर त्रिय संग निस्केल करें, सो मास नहीं अब क्यों दुख पाए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਸਾਖੀ ਸ਼ੇਅਰ ਕਰਨਾ ਚਾਹੁੰਦੀ ਹਾਂ। ਸੂਰਜ ਗ੍ਰਹਿਣ ਦਾ ਦਿਨ ਸੀ ਤੇ ਕੁਰੂਕਸ਼ੇਤਰ ਦੇ ਵਿੱਚ ਉਸ ਮੌਕੇ ਬਹੁਤ ਵੱਡਾ ਮੇਲਾ ਲੱਗਾ ਹੋਇਆ ਸੀਗਾ। ਉਸ ਦੇ ਚੱਲਦਿਆਂ ਪਖੰਡਾਂ ਦੇ ਨਾਸ਼ਕ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਉੱਥੋਂ ਲੰਘ ਰਹੇ ਸੀ ਤੇ ਉਹਨਾਂ ਨੇ ਸੋਚਿਆ ਕਿ ਮੇਲੇ ਤੇ ਰੁਕ ਕੇ ਜਾਵਾਂ। ਤੇ ਭਾਈ ਮਰਦਾਨਾ ਨੂੰ ਕਿਹਾ ਵੀ ਮਰਦਾਨਿਆ ਇੱਥੇ ਰੁਕਦੇ ਹਾਂ, ਥੋੜ੍ਹਾ ਚਿਰ ਕੀਰਤਨ ਸੁਣਦੇ ਹਾਂ, ਫਿਰ ਅੱਗੇ ਚੱਲਾਂਗੇ। ਹੁਣ ਉਦੋਂ ਹੀ ਹਾਂਸੀ ਦੇ ਯੁਵਰਾਜ ਜਗਤ ਰਾਏ ਅਤੇ ਉਹਨਾਂ ਦੀ ਮਾਤਾ ਮੇਲੇ 'ਤੇ ਆਏ ਅਤੇ ਉਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਪੇਸ਼ ਹੋਏ। ਉਹਨਾਂ ਨੇ ਕਿਹਾ ਵੀ ਗੁਰੂ ਸਾਹਿਬ, ਦੁਸ਼ਮਣਾਂ ਨੇ ਸਾਡਾ ਪੂਰੇ ਦਾ ਪੂਰਾ ਰਾਜ ਖੋਹ ਲਿਆ ਹੈ, ਸਾਡਾ ਹਾਲ ਜੋ ਹੈ ਉਹ ਬਹੁਤ ਮੰਦਾ ਹੈ, ਸਾਡੇ 'ਤੇ ਕਿਰਪਾ ਕਰੋ। ਅਤੇ ਨਾਲ ਦੀ ਨਾਲ ਉਹ ਹਿਰਨ ਦਾ ਮਾਸ ਗੁਰੂ ਸਾਹਿਬ ਨੂੰ ਪੇਸ਼ ਕਰਦੇ ਨੇ ਅਤੇ ਕਹਿੰਦੇ ਨੇ ਵੀ ਗੁਰੂ ਸਾਹਿਬ, ਸਾਨੂੰ ਪਤਾ ਹੈ ਵੀ ਇੱਕ ਮਹਾਂਪੁਰਖ ਨੂੰ ਇੱਦਾਂ ਦੀ ਭੇਟਾ ਦੇਣਾ, ਖਾਸ ਕਰਕੇ ਮਾਸ ਅੱਜ ਦੇ ਦਿਨ ਭੇਟ ਦੇ ਵਿੱਚ ਦੇਣਾ ਸ਼ਾਇਦ ਬਹੁਤ ਗਲਤ ਹੋਵੇਗਾ, ਪਰ ਸਾਡੀ ਗੱਲ ਮੰਨੋ, ਸਾਡੇ ਕੋਲ ਇਸ ਵੇਲੇ ਤੁਹਾਨੂੰ ਦੇਣ ਨੂੰ ਕੁਛ ਵੀ ਨਹੀਂ ਅਤੇ ਅਸੀਂ ਦਿਲੋਂ ਚਾਹੁੰਦੇ ਸੀਗੇ ਵੀ ਅਸੀਂ ਤੁਹਾਨੂੰ ਕੁਛ ਭੇਂਟ ਦੇ ਵਿੱਚ ਦੇਈਏ। ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਜੇ ਤਾਂ ਤੁਸੀਂ ਆਪਣਾ ਰਾਜ ਵਾਪਸ ਚਾਹੁੰਦੇ ਹੋ, ਜੇ ਤਾਂ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਜੀਵਨ ਦੇ ਵਿੱਚ ਉਹ ਖੁਸ਼ੀਆਂ ਜੋ ਨੇ ਉਹ ਵਾਪਸ ਆ ਜਾਣ, ਤਾਂ ਇੱਦਾਂ ਕਰੋ ਵੀ ਇੱਥੇ ਇੱਕ ਬਹੁਤ ਵੱਡੀ ਜੋ ਮੀਲ ਪ੍ਰੈਪ ਹੈ ਉਹ ਕਰੋ, ਬਹੁਤ ਵੱਡੀ ਫੀਸਟ ਜੋ ਹੈ ਉਹ ਪ੍ਰੀਪੇਅਰ ਕਰੋ ਅਤੇ ਜੋ ਵੀ ਮੇਲੇ ਦੇ ਵਿੱਚ ਆਇਆ ਹੋਇਆ ਹੈ ਉਹਨੂੰ ਫ੍ਰੀ ਦੇ ਵਿੱਚ ਉਹ ਭੋਜਨ ਜੋ ਹੈ ਉਹ ਦੇਵੋ। ਅਤੇ ਜਗਤ ਰਾਏ ਕਹਿੰਦੇ ਨੇ ਵੀ ਗੁਰੂ ਸਾਹਿਬ, ਗੱਲ ਤੁਹਾਡੀ ਬਹੁਤ ਸਹੀ ਹੈ ਅਤੇ ਅਸੀਂ ਤੁਹਾਡੀ ਗੱਲ ਨੂੰ ਮਨ੍ਹਾ ਵੀ ਨਹੀਂ ਕਰਨਾ ਚਾਹੁੰਦੇ। ਸਾਡਾ ਬਹੁਤ ਮਨ ਹੈ ਵੀ ਅਸੀਂ ਤੁਹਾਨੂੰ ਖੁਸ਼ ਕਰੀਏ ਅਤੇ ਤੁਹਾਡੀ ਗੱਲ ਨੂੰ ਮਨ੍ਹਾ ਨਾ ਕਰੀਏ, ਪਰ ਸਾਡੇ ਕੋਲ ਇਸ ਵੇਲੇ ਇੱਕ ਵੀ ਪੈਸਾ ਹੈ ਨਹੀਂ ਗਾ। ਸਾਨੂੰ ਨਹੀਂ ਪਤਾ ਵੀ ਅਸੀਂ ਐਡੇ ਜ਼ਿਆਦਾ ਭੋਜਨ ਦਾ ਇੰਤਜ਼ਾਮ ਕਿਵੇਂ ਕਰਾਂਗੇ। ਅਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਵੀ ਇੱਦਾਂ ਕਰੋ, ਵੱਡੀ ਸਾਰੀ ਕੜਾਹੀ ਲਿਆਓ ਅਤੇ ਇਹ ਜੋ ਮਾਸ ਹੈ ਉਹਨੂੰ ਬਣਨ ਲਈ ਧਰ ਦਿਓ। ਅਤੇ ਉਹਨਾਂ ਨੇ ਗੁਰੂ ਸਾਹਿਬ ਦੀ ਗੱਲ ਮੰਨੀ ਅਤੇ ਉਹਨਾਂ ਨੇ ਹਿਰਨ ਦਾ ਮਾਸ ਜੋ ਹੈ ਉਹ ਬਣਨ ਲਈ ਧਰਤਾ। ਅਤੇ ਜਦੋਂ ਉਹਦੀ ਸੁਗੰਧ ਆਉਣੀ ਸ਼ੁਰੂ ਹੋਈ ਅਤੇ ਉੱਥੇ ਆਲੇ ਦੁਆਲੇ ਜੋ ਪੰਡਿਤ ਸਨ, ਜੋ ਬ੍ਰਾਹਮਣ ਸਨ, ਉਹ ਸਾਰੇ ਇਕੱਠੇ ਹੋ ਗਏ ਅਤੇ ਉਹ ਮਾਂ ਪੁੱਤ ਨੂੰ ਉਹਨਾਂ ਨੇ ਘੇਰ ਲਿਆ। ਉਹ ਡੰਡੇ ਲਾਠੀਆਂ ਜੋ ਵੀ ਸੀ ਸਭ ਕੁਛ ਲੈ ਕੇ ਆ ਗਏ ਅਤੇ ਕਹਿੰਦੇ, ਦੁਣਾਚਾਰੀਓ, ਇਹ ਕੀ ਪਾਪ ਕਰ ਰਹੇ ਹੋ ਤੁਸੀਂ? ਅੱਜ ਦੇ ਦਿਨ, ਐਡੇ ਪਿਓਰ ਦਿਨ, ਤੁਸੀਂ ਐਡਾ ਵੱਡਾ ਪਾਪ ਕਰ ਰਹੇ ਹੋ ਅਤੇ ਐਡੇ ਪਵਿੱਤਰ ਮੇਲੇ ਦੇ ਵਿੱਚ ਤੁਸੀਂ ਐਡਾ ਵੱਡਾ ਪਾਪ ਕਰ ਰਹੇ ਹੋ, ਮਾਸ ਬਣਾ ਰਹੇ ਹੋ। ਅਤੇ ਫਿਰ ਉੱਥੇ ਗੁਰੂ ਜੀ ਆਉਂਦੇ ਨੇ। ਗੁਰੂ ਜੀ ਕਹਿੰਦੇ ਨੇ ਵੀ ਮੈਨੂੰ ਬਹੁਤ ਭੁੱਖ ਲੱਗੀ ਸੀਗੀ, ਇਹਨਾਂ ਨੂੰ ਮੈਂ ਆਦੇਸ਼ ਦਿੱਤਾ ਸੀਗਾ ਵੀ ਤੁਸੀਂ ਮੇਰੇ ਲਈ ਇਹ ਚੀਜ਼ ਬਣਾਓ। ਅਤੇ ਪਹਿਲਾਂ ਤਾਂ ਜਿੰਨੇ ਵੀ ਪੰਡਿਤ ਸੀ ਉਹ ਸਾਰੇ ਹੈਰਾਨ ਹੋ ਜਾਂਦੇ ਨੇ ਅਤੇ ਫਿਰ ਗੁਰੂ ਸਾਹਿਬ ਨੂੰ ਕਹਿੰਦੇ ਨੇ ਵੀ ਤੁਸੀਂ ਇੱਦਾਂ ਦਾ ਆਦੇਸ਼ ਕਿੱਦਾਂ ਦੇ ਸਕਦੇ ਹੋ ਵੀ ਤੁਹਾਡਾ ਬਾਣੇ ਤੋਂ ਤਾਂ ਇੱਦਾਂ ਲੱਗਦਾ ਵੀ ਤੁਸੀਂ ਫਕੀਰ ਹੋ, ਵੀ ਤੁਸੀਂ ਇਹ ਆਦੇਸ਼ ਕਿੱਦਾਂ ਦੇ ਸਕਦੇ ਆ? ਕਿੱਦਾਂ ਇਹਨਾਂ ਨੂੰ ਇਹ ਐਡਾ ਵੱਡਾ ਪਾਪ ਸਾਡੇ ਇੱਕ ਟ੍ਰੈਡੀਸ਼ਨਲ ਮੇਲੇ ਦੇ ਵਿੱਚ ਐਡਾ ਵੱਡਾ ਪਾਪ ਕਰਨ ਨੂੰ ਕਹਿ ਸਕਦੇ ਆ? ਅਤੇ ਫਿਰ ਗੁਰੂ ਸਾਹਿਬ ਉਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਸਾਰੇ ਇੱਥੇ ਵਿਦਵਾਨ ਹੋ ਅਤੇ ਇੱਕ ਵਿਦਵਾਨ ਦੇ ਲਈ ਮਾਸ ਦਾ ਮਤਲਬ ਕੀ ਹੈ? ਉਹ ਸਭ ਤੋਂ ਪਹਿਲਾਂ ਸਮਝਾਉਂਦੇ ਨੇ ਵੀ ਇੱਕ ਬ੍ਰਾਹਮਣ ਜੋ ਹੈ ਉਹ ਬ੍ਰਾਹਮਣ ਉਦੋਂ ਬਣਦਾ ਹੈ ਜਦੋਂ ਉਹ ਵੇਦਾਂ ਨੂੰ ਪੜ੍ਹੇ, ਵੇਦਾਂ ਨੂੰ ਪੜ੍ਹਾਵੇ, ਸਭ ਤੋਂ ਜ਼ਰੂਰੀ ਦਾਨ ਕਰੇ, ਭਿਕਸ਼ਾ ਲਵੇ ਅਤੇ ਯੱਗ ਰੱਖੇ। ਉਸ ਤੋਂ ਬਾਅਦ ਉਹ ਕਹਿੰਦੇ ਨੇ ਮੇਲੇ ਦੇ ਵਿੱਚ ਹੋਰ ਕੌਣ ਨੇ? ਖੱਤਰੀ ਨੇ। ਇੱਕ ਖੱਤਰੀ ਕੌਮ ਜੋ ਹੈ ਉਹ ਯੋਧਿਆਂ ਦੀ ਕੌਮ ਹੈ ਅਤੇ ਉਹ ਸ਼ੁਰੂ ਤੋਂ ਹੀ ਸ਼ਿਕਾਰੀ ਕੌਮ ਰਹੀ ਹੈ। ਅਤੇ ਫਿਰ ਮੋਰਿਓਂ ਪੰਡਿਤ ਕਹਿੰਦੇ, ਚਲੋ ਮੰਨਦੇ ਹਾਂ ਵੀ ਜੋ ਖੱਤਰੀ ਨੇ ਉਹ ਸ਼ਿਕਾਰ ਕਰਦੇ ਨੇ, ਸ਼ਿਕਾਰੀ ਕੌਮ ਰਹੀ ਹੈ, ਪਰ ਤੁਸੀਂ ਤਾਂ ਫਕੀਰਾਂ ਦਾ ਬਾਣਾ ਪਾਇਆ, ਅਸੀਂ ਕਿੱਥੋਂ ਮੰਨ ਲਈਏ ਵੀ ਤੁਸੀਂ ਫਕੀਰ ਆ? ਨਾ ਤੁਹਾਡੇ ਕੋਲ ਕੋਈ ਵੈਪਨ ਆ, ਨਾ ਤੁਹਾਡੇ ਕੋਲ ਕੋਈ ਤਲਵਾਰ ਆ, ਨਾ ਤੁਹਾਡੇ ਕੋਲ ਤੁਹਾਡਾ ਬਾਣਾ ਜੋ ਹੈ ਉਹ ਯੋਧਿਆਂ ਦਾ ਲੱਗਦਾ ਹੈ, ਵੀ ਤੁਸੀਂ ਤਾਂ ਫਕੀਰਾਂ ਦੇ ਬਾਣੇ ਵਿੱਚ ਆਏ ਹੋ, ਅਸੀਂ ਕਿੱਦਾਂ ਮੰਨ ਲਈਏ ਵੀ ਤੁਸੀਂ ਖੱਤਰੀ ਆ?
ਤੇ ਫਿਰ ਗੁਰੂ ਸਾਹਿਬ ਉਹਨਾਂ ਨੂੰ ਐਕਸਪਲੇਨ ਕਰਦੇ ਨੇ ਵੀ ਜੋ ਅਕਾਲ ਪੁਰਖ ਨੇ ਉਹਨਾਂ ਦਾ ਨਾਮ ਜੋ ਹੈ ਉਹ ਮੇਰੀ ਤਲਵਾਰ ਹੈ, ਤੇ ਜੋ ਸਤ ਸੰਗਤ ਹੈ ਉਹ ਮੇਰੀ ਧਣਕ ਹੈ। ਤੇ ਅਖੀਰ ਦੇ ਵਿੱਚ ਉਹ ਕਹਿੰਦੇ ਨੇ ਵੀ ਜੋ ਇੰਦਰੀਆ ਹੈ ਉਹ ਮੇਰਾ ਬਾਣ ਹੈ, ਤੇ ਤੁਸੀਂ ਕਿਵੇਂ ਕਹਿ ਸਕਦੇ ਵੀ ਮੇਰੇ ਕੋਲ ਕੋਈ ਵੈਪਨ ਹੈ ਨਹੀਂਗਾ। ਤੇ ਫਿਰ ਜੋ ਪੰਡਿਤ ਨੇ ਉਹ ਕਹਿੰਦੇ ਵੀ ਗੁਰੂ ਸਾਹਿਬ ਤੁਸੀਂ ਸਾਨੂੰ ਗੱਲਾਂ ਦੇ ਵਿੱਚ ਨਾ ਉਲਝਾਓ, ਮੰਨਿਆ ਵੀ ਤੁਹਾਡੇ ਕੋਲ ਇਹ ਸਭ ਕੁਝ ਵੀ ਹੋਊਗਾ, ਪਰ ਜੋ ਇਸ ਵੇਲੇ ਸਾਡੇ ਇੱਥੇ ਹੋ ਰਿਹਾ, ਇੱਥੇ ਤੇ ਸਾਡੇ ਜੋ ਮੁਸਲਮਾਨ ਵੀ ਰਹਿੰਦੇ ਨੇ ਉਹ ਵੀ ਨਹੀਂ ਅੱਜ ਦੇ ਦਿਨ ਮਾਸ ਬਣਾਉਂਦੇ, ਕਿਉਂਕਿ ਉਹ ਸਾਡੀ ਟ੍ਰੈਡੀਸ਼ਨਸ ਨੂੰ ਰਿਸਪੈਕਟ ਕਰਦੇ ਨੇ। ਤੇ ਫਿਰ ਤੁਸੀਂ ਇਹ ਸਭ ਕੁਝ ਕਹਿ ਕੇ ਕਿਵੇਂ ਜਸਟੀਫਾਈ ਕਰ ਸਕਦੇ ਹੋ ਜੋ ਇਹ ਮਾਂ ਪੁੱਤ ਜੋ ਨੇ ਇਹ ਕਰ ਰਹੇ ਨੇ? ਵੀ ਇਹਨਾਂ ਨੇ ਤਾਂ ਇੱਕ ਉਹ ਜੋ ਤੁਸੀਂ ਗੱਲ ਕਹਿ ਰਹੇ ਹੋ ਵੀ ਖੱਤਰੀ ਜੋ ਨੇ ਹੰਟਿੰਗ ਕਰਦੇ ਨੇ ਉਹ ਅਲੱਗ ਆ, ਇੱਥੇ ਤਾਂ ਤੁਸੀਂ ਮਾਰ ਕੇ ਉਹਨੂੰ ਪਕਾ ਰਹੇ ਹੋ, ਇਹਨੂੰ ਕਿੱਦਾਂ ਜਸਟੀਫਾਈ ਕਰੋਗੇ? ਤੇ ਇਹ ਸਭ ਕੁਝ ਆਰਗੂਮੈਂਟ ਕਰਨ ਲਈ ਪੰਡਿਤ ਜੋ ਨੇ ਉਹ ਇੱਕ ਬਹੁਤ ਹੀ ਵਿਦਵਾਨ, ਬਹੁਤ ਹੀ ਪੜ੍ਹੇ ਲਿਖੇ ਪੰਡਿਤ ਨੂੰ, ਬ੍ਰਾਹਮਣ ਨੂੰ ਅੱਗੇ ਕਰਦੇ ਨੇ। ਉਹਨਾਂ ਦਾ ਨਾਮ ਹੈ ਪੰਡਿਤ ਨਾਨੂ, ਜੋ ਆਪਣੇ ਆਪ ਨੂੰ ਨਾਨਕ ਦੱਤ ਕਹਿੰਦੇ ਹੁੰਦੇ ਸੀਗੇ। ਤੇ ਫਿਰ ਕੀ ਹੁੰਦਾ ਹੈ ਕਿ ਉਹ ਗੁਰੂ ਸਾਹਿਬ ਨੂੰ ਪੁੱਛਦਾ ਹੈ ਵੀ ਇਹ ਇੰਪਿਓਰਿਟੀ ਦਾ ਕੰਮ ਅੱਜ ਦੇ ਦਿਨ ਸੂਰਜ ਗ੍ਰਹਿਣ ਲੱਗਾ ਹੋਇਆ ਹੈ, ਇੱਥੇ ਅਸੀਂ ਸਾਰੇ ਸ਼ੁੱਧ ਪਾਣੀ ਦੇ ਵਿੱਚ ਇਸ਼ਨਾਨ ਕਰ ਰਹੇ ਹਾਂ, ਪਾਠ ਪੂਜਾ ਕਰ ਰਹੇ ਹਾਂ, ਚੰਗਾ ਭੋਜਨ ਖਾਣ ਦੀ ਕੋਸ਼ਿਸ਼ ਕਰ ਰਹੇ ਹਾਂ, ਵੀ ਤੁਸੀਂ ਇਹ ਕਿੱਦਾਂ ਕਰ ਸਕਦੇ? ਵੀ ਤੁਸੀਂ ਕਿੱਥੋਂ ਦੇ ਫਕੀਰ ਹੋਏ, ਤੁਸੀਂ ਕਿੱਦਾਂ ਦਾ ਮੈਸੇਜ ਜੋ ਹੈ ਲੋਕਾਂ ਨੂੰ ਪਾਸ ਕਰਨਾ ਚਾਹੁੰਦੇ ਆ? ਤੇ ਫਿਰ ਗੁਰੂ ਸਾਹਿਬ ਐਕਸਪਲੇਨ ਕਰਦੇ ਨੇ ਵੀ ਚਾਹੇ ਉਹ ਜਾਨਵਰ ਹੋਵੇ ਚਾਹੇ ਉਹ ਬੰਦਾ ਹੋਵੇ, ਜਿਸ ਦਿਨ ਤੋਂ ਉਸ ਦਾ ਜਨਮ ਹੁੰਦਾ ਹੈ ਤੇ ਜਿਸ ਦਿਨ ਤੱਕ ਉਹਦੀ ਮੌਤ ਹੁੰਦੀ ਹੈ ਉਸ ਦਾ ਮਾਸ ਦੇ ਨਾਲ ਰਿਸ਼ਤਾ ਰਹਿੰਦਾ ਹੈ। ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਆਤਮਾ ਤੇ ਸਰੀਰ, ਆਤਮਾ ਤੇ ਜਾਣੇ ਮਾਸ ਜੋ ਹੈ ਉਹ ਅਲੱਗ-ਅਲੱਗ ਚੀਜ਼ਾਂ ਨੇ। ਤੁਹਾਡਾ ਸਰੀਰ ਜੋ ਹੈ ਉਹ ਟੈਂਪਰੇਰੀ ਹੈ, ਪਰ ਤੁਹਾਡੀ ਆਤਮਾ ਜੋ ਹੈ ਉਹ ਇਟਰਨਲ ਹੈ। ਸੋ ਆਪਾਂ ਆਪਣੀ ਆਤਮਾ ਤੇ ਵੱਧ ਫੋਕਸ ਕਰੀਏ ਤੇ ਆਪਣੇ ਜੋ ਸਰੀਰ ਨੇ, ਜੋ ਮਾਸ ਨੇ, ਉਹਨਾਂ ਤੇ ਘੱਟ ਫੋਕਸ ਕਰੀਏ। ਇਹ ਸਭ ਗੱਲਾਂ ਸੁਣ ਕੇ ਫਿਰ ਵੀ ਜੋ ਪੰਡਿਤ ਨੇ ਉਹ ਨਹੀਂ ਮੰਨਦੇ। ਤੇ ਫਿਰ ਗੁਰੂ ਸਾਹਿਬ ਹਾਰ ਕੇ ਕਹਿੰਦੇ ਨੇ ਵੀ ਜੋ ਹਿਪੋਕ੍ਰਿਟਸ, ਸ਼ਰੇਆਮ ਉਹਨਾਂ ਨੂੰ ਹਿਪੋਕ੍ਰਿਟਸ ਆਖਦੇ ਨੇ, ਤੇ ਕਹਿੰਦੇ ਨੇ ਵੀ ਜਿਹੜੇ ਹਿਪੋਕ੍ਰਿਟਸ ਦਿਨ ਦੇ ਵਿੱਚ ਵੈਜੀਟੇਰੀਅਨ ਹੋਣ ਦਾ ਨਾਟਕ ਕਰਦੇ ਨੇ, ਮਾਸ ਦੇਖ ਕੇ ਆਪਣਾ ਨੱਕ ਚਾੜਦੇ ਨੇ, ਉਹ ਰਾਤ ਨੂੰ ਜਦੋਂ ਅਡਲਟਰੀ ਕਰਦੇ ਹੁੰਦੇ ਨੇ ਉਦੋਂ ਉਹਨਾਂ ਨੂੰ ਉਹ ਮਾਸ ਗਲਤ ਨਹੀਂ ਲੱਗਦਾ। ਇਨਸਾਨਾਂ ਦਾ ਜੋ ਤੁਹਾਡੇ ਘਰ ਦੇ ਅੰਦਰ ਮਾਸ ਹੁੰਦਾ ਹੈ ਤੁਹਾਨੂੰ ਉਹ ਗਲਤ ਨਹੀਂ ਲੱਗਦਾ, ਪਰ ਇਹ ਮਾਸ ਜੋ ਹੈ ਉਹ ਜੋ ਪੱਕ ਰਿਹਾ ਹੈ ਇਹ ਤੁਹਾਨੂੰ ਗਲਤ ਲੱਗ ਰਿਹਾ ਹੈ। ਫਿਰ ਉਹ ਆਖਦੇ ਨੇ ਕਿ ਜਿਹੜੇ ਰਾਜਿਆਂ ਤੋਂ, ਜਿਹੜੇ ਐਂਪਰਰਸ ਤੋਂ ਤੁਸੀਂ ਭਿਕਸ਼ਾ ਮੰਗਣ ਜਾਂਦੇ, ਦਾਨ ਮੰਗਣ ਜਾਂਦੇ ਆ, ਉਹ ਵੀ ਤਾਂ ਮਾਸ ਖਾਂਦੇ ਨੇ। ਇੱਦਾਂ ਦਾ ਕਿਹੜਾ ਰਾਜਾ, ਕਿਹੜਾ ਐਂਪਰਰ ਹੈ ਜੋ ਆਪਣੇ ਰਾਜ ਦੇ ਵਿੱਚ ਮਾਸ ਨਾ ਪਕਾਉਂਦਾ ਹੋਵੇ? ਉਹ ਪਾਪ ਨਹੀਂ ਜਦੋਂ ਤੁਸੀਂ ਉਹਨਾਂ ਦਾ ਦਿੱਤਾ ਖਾਂਦੇ ਹੋ, ਜਦੋਂ ਤੁਸੀਂ ਉਹਨਾਂ ਦਾ ਦਿੱਤਾ ਪਹਿਨਦੇ ਹੋ, ਜਦੋਂ ਤੁਸੀਂ ਉਹਨਾਂ ਦਾ ਦਾਨ ਐਕਸੈਪਟ ਕਰਦੇ ਹੋ, ਉਹ ਪਾਪ ਨਹੀਂ? ਤੇ ਜੇ ਉਹ ਪਾਪ ਨਹੀਂ ਹੈ ਤੇ ਇਹ ਪਾਪ ਕਿੱਦਾਂ ਹੈ? ਇਹ ਸੁਣ ਕੇ ਸਾਰੇ ਪੰਡਿਤ ਜੋ ਨੇ ਉਹ ਹੈਰਾਨ ਰਹਿ ਜਾਂਦੇ ਨੇ ਤੇ ਐਕਚੁਅਲੀ ਸੋਚਣ ਲੱਗ ਪੈਂਦੇ ਨੇ ਵੀ ਹਾਂ ਗੱਲ ਤਾਂ ਸਹੀ ਹੈ। ਤੇ ਜਦੋਂ ਸਾਰੇ ਮੰਨ ਜਾਂਦੇ ਨੇ, ਗੁਰੂ ਸਾਹਿਬ ਸਾਰਿਆਂ ਨੂੰ ਰਿਕੁਐਸਟ ਕਰਦੇ ਨੇ ਵੀ ਤੁਸੀਂ ਵਾਹਿਗੁਰੂ ਦਾ ਨਾਮ ਲੈਣਾ ਹੈ ਤੇ ਪੰਗਤ ਦੇ ਵਿੱਚ ਸ਼ਾਮਿਲ ਜ਼ਰੂਰ ਹੋਣਾ ਹੈ। ਪਹਿਲਾਂ ਤਾਂ ਸਾਰੇ ਹਿਚਕਿਚਾਉਂਦੇ ਨੇ, ਪਰ ਗੁਰੂ ਸਾਹਿਬ ਦੀਆਂ ਗੱਲਾਂ ਸੁਣ ਕੇ ਸਾਰਿਆਂ ਨੇ ਥੋੜ੍ਹਾ ਬਹੁਤਾ ਯਕੀਨ ਤਾਂ ਕਰ ਹੀ ਲਿਆ ਸੀਗਾ, ਸੋ ਪੰਗਤ ਦੇ ਵਿੱਚ ਬੈਠ ਜਾਂਦੇ ਨੇ। ਤੇ ਅਸਲ ਕਮਾਲ ਉਹ ਉਦੋਂ ਦੇਖਦੇ ਨੇ ਜਦੋਂ ਪੰਗਤ ਦੇ ਵਿੱਚ ਉਸ ਕੜਾਹੀ ਦੇ ਵਿੱਚ ਜਿਹੜੀ ਚੀਜ਼ ਬਣੀ ਸੀ, ਜਿਹੜੀ ਫੀਸਟ ਬਣੀ ਸੀਗੀ, ਉਹ ਦੇਖਦੇ ਨੇ। ਜਦੋਂ ਵਾਹਿਗੁਰੂ ਦਾ ਨਾਮ ਲੈਂਦੇ ਨੇ ਤੇ ਥਾਲੀਆਂ ਦੇ ਵਿੱਚ ਉਹ ਚੀਜ਼ ਪੈਂਦੀ ਦੇਖਦੇ ਨੇ ਤੇ ਉਹ ਨੋਟਿਸ ਕਰਦੇ ਨੇ ਵੀ ਉਸ ਦੇ ਵਿੱਚ ਤਾਂ ਖੀਰ ਹੈ। ਤੇ ਉਹ ਖੀਰ ਵੀ ਐਸੀ, ਪੂਰੇ ਦਾ ਪੂਰਾ ਮੇਲਾ ਜੋ ਹੈ ਉਹ ਖੀਰ ਖਾਈ ਗਿਆ, ਪਰ ਉਹ ਖੀਰ ਖਤਮ ਨਹੀਂ ਹੋਈ। ਮੇਲੇ ਦੇ ਅੰਤ ਤੱਕ ਉਸ ਕੜਾਹੀ ਦੇ ਵਿੱਚੋਂ ਖੀਰ ਜੋ ਸੀ ਉਹ ਖਤਮ ਨਹੀਂ ਹੋਈ। ਤੇ ਗੁਰੂ ਜੀ ਦੀਆਂ ਬਲੈਸਿੰਗਸ ਲੈ ਕੇ ਜਦੋਂ ਜਗਤ ਰਾਏ ਤੇ ਉਹਨਾਂ ਦੇ ਮਾਤਾ ਜੀ ਵਾਪਸ ਗਏ ਤੇ ਉਹਨਾਂ ਨੂੰ ਉਹਨਾਂ ਦਾ ਰਾਜ ਜੋ ਸੀ ਉਹ ਆਪਣੇ ਦਾਨ ਤੇ ਆਪਣੀ ਨੇਕੀ ਦਾ ਕਮਾਇਆ ਕਰਮ ਜੋ ਸੀ ਉਹਨਾਂ ਨੂੰ ਵਾਪਸ ਮਿਲ ਗਿਆ।
ਤੇ ਇਹ ਸਾਖੀ ਮੈਂ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਹੈ ਕਿਉਂਕਿ ਇਸ ਸਾਖੀ ਰਾਹੀਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਜਿਸ ਬੰਦੇ ਨੇ ਨੇਕੀ ਕਰਨੀ ਹੋਵੇ ਜਾਂ ਫਿਰ ਇੱਕ ਨੇਕ ਜ਼ਿੰਦਗੀ ਕੱਟਣੀ ਹੋਵੇ, ਸਭ ਤੋਂ ਪਹਿਲਾਂ ਤਾਂ ਉਸ ਨੂੰ ਲੋੜ ਹੈ to live a truthful life, to live truthfully, ਇਹ ਗੌਰ ਦੇ ਨਾਲ ਸੁਣਿਓ, to live truthfully with the utmost integrity and morality। ਇਹ ਸਭ ਤੋਂ ਵੱਡੀ ਚੀਜ਼ ਹੈ। ਉਹ ਕਹਿੰਦੇ ਨੇ ਵੀ ਜਿਸ ਤਰ੍ਹਾਂ ਮੀਂਹ ਦਾ ਪਾਣੀ ਇੱਕ ਪੱਕੀ ਛੱਤ ਨੂੰ ਚੀਰ ਕੇ ਅੰਦਰ ਨਹੀਂ ਵੜ ਸਕਦਾ, ਉਸੇ ਤਰ੍ਹਾਂ ਦੁਨੀਆ ਦਾ ਜੋ ਮੰਨਣਾ ਹੈ, ਦੁਨੀਆ ਦਾ ਜੋ ਕਹਿਣਾ ਹੈ, ਉਹ ਸਾਡੇ ਸਰੀਰ ਅੰਦਰ ਸਾਡੇ ਥਾਟਸ ਨੂੰ, ਸਾਡੀ ਆਤਮਾ ਨੂੰ ਅਫੈਕਟ ਨਹੀਂ ਕਰਨਾ ਚਾਹੀਦਾ। ਉਹ ਬੈਰੀਅਰ ਹਮੇਸ਼ਾ ਆਪਾਂ ਨੂੰ ਬਣਾ ਕੇ ਰੱਖਣਾ ਚਾਹੀਦਾ। ਵੀ ਮਸਟ ਸਟੈਂਡ ਸਟਰੋਂਗ ਐਂਡ ਵੀ ਮਸਟ ਸਟੈਂਡ ਅਪ ਫॉर what we know is right। ਜੋ ਤੁਹਾਨੂੰ ਸੱਚ ਲੱਗਦਾ ਹੈ, ਜੋ ਤੁਹਾਨੂੰ ਸਹੀ ਲੱਗਦਾ ਹੈ, ਉਸ ਲਈ ਤੁਹਾਨੂੰ ਸਟਰੋਂਗ ਹੋ ਕੇ ਖੜਨਾ ਪੈਣਾ। ਤੇ ਇਸੇ ਤਰ੍ਹਾਂ ਤੁਸੀਂ ਨੇਕੀ ਕਮਾ ਸਕਦੇ ਹੋ। ਇਸੇ ਤਰ੍ਹਾਂ ਤੁਸੀਂ ਇੱਕ ਸੱਚ ਦੀ ਜ਼ਿੰਦਗੀ ਜੋ ਹੈ ਉਹ ਕੱਟ ਸਕਦੇ ਹੋ। by not caring about what people are saying about what you know is right for you and what you know is right for the world। Now for example, ਜੇ ਮੈਂ ਆਪਣੀ ਐਗਜ਼ਾਮਪਲ ਦਵਾਂ, ਜਦੋਂ ਮੇਰੇ ਪਿਤਾ ਜੀ ਦਾ ਦੇਹਾਂਤ ਹੋਇਆ ਸੀਗਾ, ਮੈਨੂੰ ਕਿਸੇ ਨੇ ਇਹ ਗੱਲ ਕਹੀ ਸੀਗੀ ਜਦੋਂ ਮੈਂ ਆਪਣੇ ਫੈਸਲੇ ਖੁਦ ਲੈਣ ਲੱਗੀ, ਜਦੋਂ ਮੈਂ ਡਿਸਾਈਡ ਕੀਤਾ ਕਿ ਮੈਂ ਟੀਵੀ ਦਾ ਕੰਮ ਅੱਗੇ ਕਰਨਾ ਹੈ, ਆਪਣੇ ਪਿਤਾ ਜੀ ਦਾ ਸੁਪਨਾ ਜੋ ਅੱਗੇ ਵਧਾਉਣਾ ਹੈ। ਤੇ ਕਈ ਲੋਕਾਂ ਨੂੰ ਇਹ ਗੱਲ ਵਧੀਆ ਨਹੀਂ ਲੱਗੀ ਸੀਗੀ। ਬਹੁਤ ਲੋਕ ਜੋ ਸੀ ਉਹ ਮੇਰੀ ਜ਼ਿੰਦਗੀ ਤੋਂ ਬਾਹਰ ਚਲ ਗਏ ਸਿਰਫ ਇਸ ਕਰਕੇ ਕਿਉਂਕਿ ਮੈਂ ਟੀਵੀ ਦਾ ਕੰਮ ਕਰ ਰਹੀ ਸੀ। ਉਹਨਾਂ ਦੇ ਦਿਮਾਗ ਦੇ ਵਿੱਚ ਇਹ ਕੰਮ ਜੋ ਸੀਗਾ ਉਹ ਸਹੀ ਨਹੀਂ ਸੀਗਾ, ਗਲਤ ਕੰਮ ਸੀਗਾ। ਤੇ ਉਦੋਂ ਮੈਨੂੰ ਕਿਸੇ ਨੇ ਇੱਕ ਗੱਲ ਕਹੀ ਸੀਗੀ ਕਿ ਜਿਹੋ ਜਿਹੀ ਤੂੰ ਆ, ਤੇਰਾ ਘਰ ਕਦੇ ਨਹੀਂ ਵਸ ਸਕਦਾ। ਐਂਡ ਫॉर ਅ ਵੈਰੀ ਲੌਂਗ ਟਾਈਮ ਮੈਂ ਉਹ ਗੱਲ ਬਾਰੇ ਸੋਚਦੀ ਰਹੀ, ਆਪਣੇ ਆਪ ਨੂੰ ਲੈਟ ਡਾਊਨ ਕਰਦੀ ਰਹੀ ਵੀ ਸ਼ਾਇਦ ਮੈਂ ਗਲਤ ਹਾਂ, ਸ਼ਾਇਦ ਸੱਚੀ ਮੇਰਾ ਘਰ ਨਹੀਂ ਵਸੂਗਾ, ਕਿਉਂਕਿ ਉਸ ਇਨਸਾਨ ਨੂੰ ਲੱਗਦਾ, ਉਸ ਇਨਸਾਨ ਦੀ ਪਰਸੈਪਸ਼ਨ ਇਹ ਆ ਵੀ ਮੈਂ ਇੱਕ ਚੰਗੀ ਇਨਸਾਨ ਨਹੀਂ ਹਾਂ। ਤੇ ਜਿਸ ਤਰ੍ਹਾਂ ਦੀ ਮੈਂ ਆ, ਮੇਰਾ ਸੱਚੀ ਸ਼ਾਇਦ ਨਾ ਘਰ ਵਸੇ। ਤੇ ਆਈ ਵੁੱਡ ਸੇ ਮੈਂ ਤਕਰੀਬਨ 1 ਸਾਲ ਇਸ ਗੱਲ ਬਾਰੇ ਸੋਚਦੀ ਰਹੀ। ਫਿਰ ਅਚਾਨਕ ਇੱਕ ਦਿਨ ਜਦੋਂ ਮੈਂ ਇਹ ਸਾਖੀ ਬਾਰੇ ਪੜ੍ਹ ਰਹੀ ਸੀਗੀ, ਮੇਰੇ ਦਿਮਾਗ 'ਚ ਇਹ ਗੱਲ ਆਈ ਵੀ ਮੈਂ ਤਕਰੀਬਨ 25 ਸਾਲ ਦੀ ਹੋ ਗਈ ਹਾਂ। 25 ਸਾਲ ਤੋਂ ਮੈਂ ਆਪਣੇ ਪਿਤਾ ਜੀ ਦੇ ਘਰ ਰਹਿ ਰਹੀ ਹਾਂ। ਮੇਰੇ ਪਿਤਾ ਜੀ ਦਾ ਘਰ ਇੰਨਾ ਸੋਹਣਾ ਵਸ ਰਿਹਾ, ਇਹ ਘਰ ਵੀ ਤਾਂ ਮੇਰਾ ਹੀ ਆ। ਸੋ ਉਹ ਬੰਦਾ ਕਿਵੇਂ ਸੋਚ ਸਕਦਾ ਵੀ ਮੇਰਾ ਘਰ ਨਹੀਂ ਵਸ ਸਕਦਾ, ਜਦ ਕਿ ਮੇਰਾ ਘਰ ਬਹੁਤ ਸੋਹਣਾ ਵਸ ਰਿਹਾ। ਹਾਲਾਂਕਿ ਤਕਲੀਫਾਂ ਨੇ, ਪਰ ਫਿਰ ਵੀ ਘਰ ਤਾਂ ਵਸ ਰਿਹਾ। ਸੋ ਮੈਂ ਕਿਉਂ 1 ਸਾਲ ਖੁਦ ਆਪਣੇ ਆਪ ਨੂੰ ਬੀਟ ਕਰਦੀ ਰਹੀ because of someone else's opinion। ਕਹਿਣ ਦਾ ਭਾਵ ਇਹ ਆ ਵੀ ਜਾਂ ਤੁਸੀਂ ਇੱਕ ਮੋਮਬੱਤੀ ਦੀ ਛੋਟੀ ਜਿਹੀ ਲਾਈਟ ਬਣ ਸਕਦੇ ਹੋ, ਜਾਂ ਫਿਰ ਤੁਸੀਂ ਅੱਗ ਦਾ ਗੋਲਾ ਬਣ ਸਕਦੇ ਹੋ। ਇਹ ਕਹਿਣ ਦਾ ਮਤਲਬ ਇਹ ਆ ਵੀ ਜਦੋਂ ਕਿਸੇ ਇਨਸਾਨ ਨੇ ਮੋਮਬੱਤੀ ਬੁਝਾਉਣੀ ਹੁੰਦੀ ਆ, ਉਹ ਜ਼ੋਰ ਦੇ ਨਾਲ ਇੱਦਾਂ ਵੀ ਕਰਦਾ ਆ ਤਾਂ ਮੋਮਬੱਤੀ ਬੁਝ ਜਾਂਦੀ ਆ, ਕਿਉਂਕਿ ਉਹ ਮੋਮਬੱਤੀ ਦੇ ਵਿੱਚ ਜੋ ਅੱਗ ਹੁੰਦੀ ਆ, ਜੋ ਅਗਨੀ ਹੁੰਦੀ ਆ, ਉਹ ਐਡੀ ਸਟਰੋਂਗ ਨਹੀਂ ਹੁੰਦੀ। ਪਰ ਜੇ ਉਹੀ ਇਨਸਾਨ ਇੱਕ ਅੱਗ ਦੇ ਗੋਲੇ ਨੂੰ ਇੱਦਾਂ ਕਰਕੇ ਬੁਝਾਉਣ ਦੀ ਕੋਸ਼ਿਸ਼ ਕਰੇ, ਉਹ ਤੋਂ ਅੱਗ ਨਹੀਂ ਬੁਝਣੀ। ਸੋ ਆਪਣੇ ਵਿੱਚ ਉਹ ਅੱਗ ਆਪਾਂ ਨੂੰ ਜਗਾਉਣ ਦੀ ਲੋੜ, ਆਪਣੇ ਵਿੱਚ ਆਪਾਂ ਨੂੰ ਉਹ ਕੌਨਫੀਡੈਂਸ ਰੱਖਣ ਦੀ ਲੋੜ ਆ ਵੀ ਜੋ ਮੈਂ ਕਰ ਰਹੀ ਹਾਂ, ਜੋ ਮੈਂ ਕਰ ਰਿਹਾ ਹਾਂ, ਉਹ ਸਹੀ ਆ। ਉਹ ਕੌਨਫੀਡੈਂਸ, ਉਹ ਸਟਰੈਂਥ ਆਪਣੇ ਵਿੱਚ ਹੋਣੀ ਚਾਹੀਦੀ ਆ ਟੂ ਟੈਲ ਦ ਵਰਲਡ that ਚਾਹੇ ਪੂਰੀ ਦੁਨੀਆ ਤੁਹਾਡੇ ਖਿਲਾਫ ਹੋਵੇ, ਯੂ ਸ਼ੁੱਡ ਨੋ ਵੀ ਜੋ ਮੈਂ ਕਰ ਰਿਹਾ ਉਹ ਨੇਕ ਹੈ, ਜੋ ਮੈਂ ਕਰ ਰਿਹਾ ਉਹ ਪਿਓਰ ਹੈ। ਮੇਰੇ ਅੰਦਰ ਕੋਈ ਗਲਤ ਫੀਲਿੰਗਸ ਨਹੀਂ, ਮੈਂ ਕਿਸੇ ਨੂੰ ਹਰਟ ਨਹੀਂ ਕਰ ਰਿਹਾ, ਮੈਂ ਕਿਸੇ ਨੂੰ ਹਾਰਮ ਨਹੀਂ ਕਰ ਰਿਹਾ, ਮੈਂ ਕੋਈ ਪਾਪ ਨਹੀਂ ਕਮਾ ਰਿਹਾ। as long as that fire in you is strong enough, no one can tell you otherwise. No one can steal your charm, no one can steal the fire within you, no one can steal your thoughts. And that is what I wanted to share with you guys. That is what I wanted for others to take from my experience, or to take from what I have learned about Guru Ji Sakhi. ਜੇ ਤੁਸੀਂ ਇਹ ਸਾਖੀ ਪੜ੍ਹਨਾ ਚਾਹੁੰਦੇ ਆ, I'm pretty sure ਇੰਟਰਨੈਟ ਦੇ ਉੱਤੇ ਤੁਹਾਨੂੰ ਮਿਲ ਸਕਦੀ ਆ। Please do read ਕੁਰੂਕਸ਼ੇਤਰ, ਇਹ ਸਾਖੀ ਦਾ ਨਾਮ ਆ। ਤੇ ਮੈਂ ਉਮੀਦ ਕਰਦੀ ਹਾਂ ਵੀ
ਅੱਜ ਦੀ ਇਸ ਨਿੱਕੀ ਜਿਹੀ ਟਾਕ ਦੇ ਵਿੱਚੋਂ ਸਾਰਿਆਂ ਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਿਆ ਹੋਊਗਾ। ਜੇ ਮੇਰੇ ਤੋਂ ਕੋਈ ਭੁੱਲ ਚੁੱਕ ਹੋਈ ਹੋਵੇ ਉਸ ਲਈ ਮੈਂ ਮਾਫੀ ਮੰਗਦੀ ਹਾਂ। ਮੈਂ ਨਿਮਰਤਾ ਰਿਆੜ, ਤੁਸੀਂ ਦੇਖਦੇ ਰਹੋ ਬਾਸ ਟੀਵੀ।